ਸਾਡੇ ਨਾਲ ਇੱਥੇ ਬਖਸ਼ ਸਾਹਿਬ ਮੌਜੂਦ ਨੇ ਜੋ ਕਿ ਇਸ ਫਾਰਮ ਨੂੰ ਮੈਨੇਜ ਕਰ ਰਹੇ ਨੇ, ਇਸ ਫਾਰਮ ਦੀ ਦੇਖਭਾਲ ਕਰ ਰਹੇ ਨੇ। ਬਖਸ਼ ਸਾਹਿਬ ਤੋਂ ਪੁੱਛਦੇ ਆ ਕਿ ਇਹਨਾਂ ਨੇ ਇੱਕ ਬਾਇਓਗੈਸ ਪਲਾਂਟ ਇੰਸਟਾਲ ਕੀਤਾ ਤੇ ਉਸ ਬਾਇਓਗੈਸ ਪਲਾਂਟ ਨੂੰ ਚਲਾਉਣ ਦਾ ਕੀ ਤਰੀਕਾਕਾਰ ਹੈ, ਉਹਦਾ ਫਾਇਦਾ ਕੀ ਹੈ, ਅਸੀਂ ਅਰਸ਼ਦ ਭਾਈ ਤੋਂ ਜਾਣਦੇ ਹਾਂ। ਕੀ अरशद भाई? ये इनका फार्म है, कैंसर रखा है। ये यहाँ से गोबर डालता है, ठीक है, गोबर डालते हैं ना, यहाँ से पानी भी डालते हैं, ठीक है। सही है। इधर चला जाता है वो प्लांट में जाता है। और इसका ये फायदा है, ये गैस का सिस्टम सही है, यहाँ से पैप लगे हुए हैं, बहुत सारा किचन है। सही है। इसका अब फायदा ही है, कोई खर्चा नहीं है ना, कोई कुछ नहीं, सिर्फ गोबर डालते हैं। ਉੱਥੋਂ ਤੁਸੀਂ ਗੋਬਰ ਪਾਉਂਦੇ ਹੋ गोबर डालते हैं, ठीक है। ਤੇ ਪਾਣੀ ਪਾਉਂਦੇ ਹੋ पानी पाते ਤੇ ਉਸ ਤੋਂ ਇਲਾਵਾ ਤੁਸੀਂ ਇੱਥੋਂ ਫਿਰ ਇਸ ਜਗ੍ਹਾ ਤੇ ਉਹ ਗੋਬਰ ਦਾ ਮਤਲਬ ਜਿਹੜਾ ਮਿਕਸਚਰ ਹੈ ਪਲਾਂਟ ਚੱਲਦਾ ਹੈ ਤੇ ਉਹ ਗੋਬਰ ਦਾ ਜਿਹੜਾ ਬਾਕੀਆਤ ਨੇ ਇੱਥੇ ਆ ਜਾਂਦੇ ਆ। ठीक है, इसके जरिए वो किचन है, किचन में जाता है। ਠੀਕ ਹੈ। ਕਿਚਨ ਚ ਫਿਰ ਇਹ ਗੈਸ ਜਿਹੜੀ ਹੈ ਇਸਤੇਮਾਲ ਬਤੌਰ ਇੰਧਨ ਇਸਤੇਮਾਲ ਹੁੰਦੀ ਹੈ, ਖਾਣਾ ਵਗੈਰਾ खाना ਬਣਾਉਣ। वगैरह चूल्हे चूल्हे सब कुछ। ਹਰਸ਼ਦ ਭਾਈ ਇੱਥੇ ਹਰ ਚੀਜ਼ ਅਵੇਲੇਬਲ ਹੈ, हाँ जी, बिल्कुल। ਕੋਈ ਤੁਹਾਨੂੰ ਕਰਿਆਨੇ ਦਾ ਸਮਾਨ ਲੈਣਾ ਪੈ ਜਾਏ नहीं, इकट्ठा लेकर आते हैं शहर। ਸ਼ਹਿਰ ਤੋਂ ਇਕੱਠਾ ਲੈ ਆਉਂਦੇ ਹੋ। ਇੱਥੋਂ ਸ਼ਹਿਰ ਤਕਰੀਬਨ 10-15 ਕਿਲੋਮੀਟਰ ਦੇ ਪਾਸ ਹੈ। 15 किलोमीटर। 15 ਕਿਲੋਮੀਟਰ ਠੀਕ ਹੋ ਗਿਆ। ਤੇ ਇਹ ਜਿਹੜਾ ਪਾਣੀ ਹੈ ਇਹ ਉਹਨੂੰ ਲੱਗ ਰਿਹਾ, ਫਸਲ ਨੂੰ ਲੱਗ ਰਿਹਾ। ਇਹ ਤੁਹਾਨੂੰ ਅਸੀਂ ਪਹਿਲੇ ਵੀ ਦਿਖਾਇਆ ਕਿ ਸਵਿਮਿੰਗ ਪੂਲ ਹੈ, ਟੂਅਲ ਹੈ, ਟਰਬੈਨਾਂ ਲੱਗੀਆਂ ਹੋਈਆਂ ਨੇ, ਉੱਥੋਂ ਫਰੈਸ਼ ਪਾਣੀ ਆਂਦਾ ਇਹਦੇ ਅੰਦਰ ਤੇ ਇਹ ਖਾਲਾ ਜਾ ਰਿਹਾ ਹੈ। ਇਸ ਖਾਲੇ ਦੇ ਜ਼ਰੀਏ ਇਹ तमाम ਜ਼ਮੀਨ ਇੱਥੇ ਜਿਹੜੀ ਦੇਰੇ ਕਾਸ਼ਤ ਰਕਬਾ ਹੈ ਉਹਨੂੰ ਸੈਰਾਬ ਕਰਦਾ ਹੈ। ਉਹ ਤੁਸੀਂ ਦੇਖ ਸਕਦੇ ਹੋ ਆਪਣੀ ਪਰਲੀ ਸਾਈਡ ਤੇ ਉਸ ਜਗ੍ਹਾ ਤੇ ਸਾਰੇ ਕਪਾਹ ਲੱਗੀ ਹੋਈ ਹੈ ਜਿਹਨੂੰ ਇਹ ਸਾਰਾ ਪਾਣੀ ਸੈਰਾਬ ਕਰਦਾ ਹੈ ਤੇ ਇਹ ਫਸਲ ਵੀ ਇੱਥੇ ਬੜੀ ਅੱਛੀ ਹੁੰਦੀ ਹੈ, ਬੜੀ ਕਾਮਯਾਬ ਫਸਲ ਹੁੰਦੀ ਹੈ। ਇੱਥੇ ਆਪਣਾ ਕਪਾਹ ਦੀ ਫੀ ਏਕੜ ਪੈਦਾਵਾਰ ਕਿੰਨੀ ਆ ਜਾਂਦੀ ਹੈ? तकरीबन 40 तो 50 मन। 40 ਤੋਂ 50 ਮਣ। ਤੇ ਕਾਸ਼ ਕਿਦੋਂ ਕਰਦੇ ਹੋ ਤੁਸੀਂ? काश का राय काट कर उसको काट कर। ਮਾਰਚ ਦੇ ਮਹੀਨੇ ਚ? हाँ जी, मार। ਮਾਰਚ ਦੇ ਮਹੀਨੇ ਚ, ਮਿਡ ਮਾਰਚ ਜਾਂ ਮਾਰਚ ਦੇ ਐਂਡ ਤੇ ਇੱਥੇ ਕਪਾਹ ਕਾਸ਼ਤ ਹੋ ਜਾਂਦੀ ਹੈ। ਰਾਏ ਦੇ ਵੱਢ ਕੇ ਜਿਹੜੀ ਕਪਾਹ ਇੱਥੇ ਲਾਈ ਜਾਂਦੀ ਹੈ ਉਹ 35 ਤੋਂ 40 ਮਣ ਸਾਨੂੰ ਦੇ ਜਾਂਦੀ ਹੈ। आराम नाल जरा। ਠੀਕ ਹੈ। ਤੇ ਜਿਹੜੀ ਕਣਕ ਦੇ ਵੱਢ ਤੇ ਲਾਈ ਜਾਏ वो भी थोड़ी को 2-4 मन का तो जाएंगे। 30 ਕੁ ਮਣ ਤੱਕ ਦੇ ਜਾਂਦੀ एक मन वो भी आराम नाल। ਸਹੀ ਹੈ। ਜਿਹੜਾ ਸਾਡਾ ਜ਼ਰਖੇਜ਼ ਇਲਾਕਾ ਹੈ, ਸਾਡੇ ਸ਼ਹਿਰਾਂ ਦੇ ਨਜ਼ਦੀਕ ਜਿਹੜੇ ਪਿੰਡ ਆਬਾਦ ਨੇ ਉੱਥੇ 18 ਮਣ, 20 ਮਣ, 22 ਮਣ, 24 ਮਣ ਇੰਨੀ ਪੈਦਾਵਾਰ ਆਂਦੀ ਹੈ। ਤੇ ਉਹ ਲੋਕ ਸਮਝਦੇ ਨੇ ਕਿ ਰੋਈ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਕਪਾਹ ਵਾਸਤੇ ਇੰਨੀ ਜ਼ਿਆਦਾ ਮੌਜੂ ਨਹੀਂ ਹੈ ਜਿੰਨੀ ਸਾਡੀ ਜ਼ਮੀਨ ਹੈ। ਤੇ ਇੱਥੇ ਤੁਸੀਂ ਦੱਸ ਰਹੇ ਹੋ 30 ਮਣ, 35 ਮਣ ਪੈਦਾਵਾਰ ਹੈ, बिल्कुल बिल्कुल। ਉੱਥੇ 24 ਮਣ, 18 ਮਣ, 20 ਮਣ। ਇਹਦੀ ਕੀ ਵਜ੍ਹਾ ਹੈ? यार पिछली बार सादा बेटे 56 मन भी होया लाइन 13 में। ਅੱਛਾ, ਸਹੀ ਹੈ। ਉਹਦਾ ਕੋਈ ਡਿਊਰੇਸ਼ਨ ਜ਼ਿਆਦਾ ਸੀ? ਮਾਰਚ ਤੋਂ ਲੈ ਕੇ ਕਿੰਨੇ ਅਰਸੇ ਤੱਕ ਤੁਸੀਂ ਕਾਸ਼ਤ ਕਰਦੇ? वो 1 महीना पहले काट चुका है, राय वाले बाद तो पहले काट। ਫਰਵਰੀ ਕਾਸ਼ਤ ਕੀਤਾ ਸੀ, ਸਹੀ ਹੈ। ਅਗੇਤੀ ਕਪਾਹ ਲਾਈ ਸੀ, ਬਹੁਤ ਜ਼ਿਆਦਾ ਅਗੇਤੀ ਕਪਾਹ ਲਾਈ ਸੀ, ਫਰਵਰੀ ਕਾਸ਼ਤ ਸੀ ਤੇ ਸਤੰਬਰ ਤੱਕ ਉਹਨੇ 56 ਮਣ ਫੀ ਏਕੜ ਪੈਦਾਵਾਰ ਦਿੱਤੀ। लाइन 13 बीवी अपना सिखा। ਬੀਜ ਵੀ ਇਹਨਾਂ ਦਾ ਆਪਣਾ ਸੀ, ਜ਼ਾਤੀ ਬੀਜ ਤਿਆਰ ਕੀਤਾ ਸੀ ਇਹਨਾਂ ਨੇ ਤੇ ਉਹਦੀ ਜਰਮੀਨੇਸ਼ਨ ਵਗੈਰਾ ਉਗਾਓ बहुत जबरदस्त। ਬਿਹਤਰੀਨ ਸੀ। ਇੱਥੇ ਸਪਰੇਆਂ ਕਿੰਨੀਆਂ ਕੁ ਹੋ ਜਾਂਦੀਆਂ ਨੇ? प्रेमा तो एक काम से कम ही होगी, इतने ज्यादा नहीं। ਤਕਰੀਬਨ तकरीबन 5-6 ਸਪਰੇਆਂ, 6-7 हो गए। 6-7 ਸਪਰੇਆਂ ਕਪਾਹ ਤੇ ਹੋ ਜਾਂਦੀਆਂ ਨੇ। ਸਾਡੇ ਆਮ ਸ਼ਹਿਰੀ ਇਲਾਕਿਆਂ ਦੇ ਕੋਲ ਜਿਹੜੇ ਦਿਹਾਤ ਆਬਾਦ ਨੇ ਜਿੱਥੇ ਨਹਿਰੀ ਪਾਣੀ ਅਵੇਲੇਬਲ ਹੈ ਉੱਥੇ ਤਕਰੀਬਨ 12-12, 14-14 ਸਪਰੇਆਂ ਕਪਾਹ ਦੀਆਂ ਹੋ ਜਾਂਦੀਆਂ ਨੇ। ਜਦਕਿ ਰੋਈ ਦੇ ਇਲਾਕੇ ਚ ਭਾਈ इस टाइम ਦੱਸ ਰਹੇ तक ਨੇ तो एक स्प्रे भी नहीं की थी माशाल्लाह। इस टाइम तक एक स्प्रे भी नहीं की थी। फसल ਬੜੀ ਗੱਲ ਹੈ। माशाल्लाह ਫਸਲ 2 ਮਹੀਨੇ ਦੀ ਤੇ ਤਕਰੀਬਨ ਹੋ 2.5 महीने की हो चुकी है। तीन ढाई ले महीने। ले ये तू ਕਿੰਡੇ ਚੁੱਕ ਲੈਣੇ। ਸਹੀ ਹੈ। ਹਜੇ ਤੱਕ ਮਤਲਬ ਕੋਈ ਇਹ spray ਸਾਡਾ ਆਦਾ ਫਾਰਮੂਲੇ ਨੇ, ਸਾਡੇ ਆਪਣੇ ਬੀਜ ਨੇ ਸਾਰੇ। ਸਹੀ ਹੈ। ਉਸ ਤੋਂ ਇਲਾਵਾ ਮੇਰੇ ਖਿਆਲ ਚ ਰੋਈ ਚ ਤੱਕਨ ਚੱਲਦਾ ਹੈ, ਹਾਂਜੀ, ਤੱਕਣ ਚੱਲਦਾ, ਇਹਦਾ ਫਾਇਦਾ ਆਪ ਨੇ। ਉਹਦਾ ਫਾਇਦਾ ਹੈ। ਉਹਦੀ ਵਜ੍ਹਾ ਤੋਂ ਜਿਹੜਾ ਕੀੜਾ ਉਹ ਘੱਟ ਆਂਦਾ, ਹਾਂਜੀ, ਬਿਲਕੁਲ। ਜ਼ਿਆਦਾ ਕੀੜਾ ਨਹੀਂ ਆਂਦਾ। ਇਹ ਨਾਜ਼ਰੀਨ ਤੁਸੀਂ ਦੇਖ ਸਕਦੇ ਹੋ ਸਾਰਾ ਫਾਰਮ ਹੈ ਬਹੁਤ ਬੜਾ। ਇਹ ਤਕਰੀਬਨ 4 ਤੋਂ 500 ਡੰਗਰਾਂ ਦਾ ਫਾਰਮ ਹੈ। ਇਹ ਡੰਗਰ ਇੱਥੇ ਤਿਆਰ ਹੁੰਦੇ ਨੇ, ਜਦੋਂ ਦੁੱਧ ਦੇਣ ਦੇ ਕਾਬਲ ਹੋ ਜਾਂਦੇ ਨੇ ਉਹਨਾਂ ਨੂੰ ਇਹ ਆਊਟ ਆਫ ਰੋਈ ਯਾਨੀ ਕਿ ਕਰਾਚੀ ਵਗੈਰਾ, ਲਾਹੌਰ ਇਸ ਇਲਾਕੇ 'ਚ ਭੇਜ ਦਿੰਦੇ ਨੇ ਤਾਂ ਕਿ ਬੜੇ ਸ਼ਹਿਰਾਂ ਦੇ ਵਿੱਚ ਆਪਾਂ ਅਕਸਰ ਦੇਖਿਆ ਹੈ ਕਿ ਸਾਨੂੰ ਦੁੱਧ ਜਿਹੜਾ ਉਹ ਪਿਓਰ ਨਹੀਂ ਮਿਲਦਾ, ਖਾਲਸ ਦੁੱਧ ਨਹੀਂ ਮਿਲਦਾ। ਤੇ ਇਹ ਇਹਨਾਂ ਭਾਈ ਉਹਨਾਂ ਦੀ ਬੜੀ ਮਿਹਨਤ ਹੈ, ਇਹਨਾਂ ਦੀ ਬੜੀ ਕਾਵਸ਼ ਹੈ ਕਿ ਇਸ ਜਗ੍ਹਾ ਤੇ ਰਹਿ ਕੇ ਇਹ ਡੰਗਰਾਂ ਨੂੰ ਤਿਆਰ ਕਰਦੇ ਨੇ ਤੇ ਸਾਡੇ ਵਾਸਤੇ ਸ਼ਹਿਰੀ ਇਲਾਕੇ 'ਚ ਖਾਲਸ ਦੁੱਧ ਪ੍ਰੋਵਾਈਡ ਕਰ ਰਹੇ ਨੇ, ਖਾਲਸ ਦੁੱਧ ਮੁਹੱਈਆ ਕਰ ਰਹੇ ਨੇ। ਜਦਕਿ ਸ਼ਹਿਰੀ ਇਲਾਕਿਆਂ 'ਚ ਤੁਸੀਂ ਦੇਖਿਆ ਕਿ ਸਾਨੂੰ ਕੈਮੀਕਲ ਮਿਲਿਆ ਹੋਇਆ ਦੁੱਧ ਮਿਲਦਾ ਹੈ,
ਅਗਰ ਸਾਨੂੰ ਕੋਈ ਦੁੱਧ ਪਿਓਰ ਵੀ ਮਿਲਦਾ ਹੈ ਤੇ ਉਹ ਖਾਲਸ ਦੁੱਧ ਨਹੀਂ ਹੁੰਦਾ, ਪਾਣੀ ਦੀ ਮਿਲਾਵਟ ਵਾਲਾ ਦੁੱਧ ਹੁੰਦਾ ਹੈ। ਤੇ ਅਰਸ਼ਦ ਭਾਈ ਜਿਹੜਾ ਦੁੱਧ ਇੱਥੋਂ ਤੁਸੀਂ ਮੱਝਾਂ ਤਿਆਰ ਕਰਕੇ ਉੱਥੇ ਲੈ ਕੇ ਜਾਂਦੇ ਹੋ, ਹਾਂਜੀ ਉਹ ਦੁੱਧ ਪਿਓਰ ਦਿੰਦੇ ਹੋ ਜਾਂ ਪਿਓਰ ਮਾਸ਼ਾਅੱਲਾ ਪਿਓਰ ਦਿੰਦੇ ਤੇ ਫਾਰਮ ਨਹੀਂ ਖਾਦਾ ਉੱਥੇ ਪਿਓਰ ਹੀ ਦਿੰਦੇ ਆ ਚਵਾਈ ਦੇ ਟਾਈਮ ਦੁੱਧ ਹੀ ਆ ਜਾਂਦੇ ਨੇ ਸਹੀ। ਘਰ ਲੱਗਾ ਹੋਇਆ ਤੇ ਘਰ ਵਾਲੇ ਆ ਜਾਂਦੇ ਨੇ ਤੇ ਚਵਾਈ ਦੇ ਟਾਈਮ ਓਨਲੀ ਉਸ ਟਾਈਮ ਦੁੱਧ ਲੱਗਦਾ ਤੇ ਉਹ ਪਿਓਰ ਖਾਲਸ ਦੁੱਧ ਤੁਸੀਂ ਕਿੰਨੇ ਰੁਪਏ ਲੀਟਰ ਦਿੰਦੇ ਹੋ? 170 ਰੁਪਏ ਲੀਟਰ। ਤੇ ਮੇਰੇ ਖਿਆਲ 'ਚ ਸਾਨੂੰ ਸ਼ਹਿਰਾਂ ਦੇ ਵਿੱਚ ਇਸ ਟਾਈਮ 180 ਰੁਪਏ ਲੀਟਰ ਜਿਹੜਾ ਦੁੱਧ ਮਿਲ ਰਿਹਾ ਹੈ, ਉਹ ਵੀ ਖਾਲਸ ਨਹੀਂ ਹੁੰਦਾ। ਤੇ ਇਹਨਾਂ ਦਾ ਬੜਾ ਕੰਟਰੀਬਿਊਸ਼ਨ ਹੈ, ਬੜੀ ਮਿਹਨਤ ਹੈ। ਇਹ ਸਾਰਾ ਦਿਨ ਇੱਥੇ ਮੱਝਾਂ ਗਾਵਾਂ ਚਾਰਦੇ ਵੀ ਨੇ, ਚਰਾਉਂਦੇ ਨੇ, ਮੱਝਾਂ ਗਾਵਾਂ ਦੀ ਦੇਖਭਾਲ ਕਰਦੇ ਨੇ। ਉਹਨਾਂ ਨੂੰ ਤੁਹਾਨੂੰ ਅਸੀਂ ਦਿਖਾਇਆ ਕਿ ਟੈਗ ਲੱਗੇ ਹੋਏ ਨੇ ਤੇ ਬੜਾ ਬਿਹਤਰੀਨ ਸਿਸਟਮ ਇਹਨਾਂ ਨੇ ਰੋਈ ਦੇ ਇਲਾਕੇ 'ਚ ਬਹੁਤ ਘੱਟ ਰਿਸੋਰਸਿਸ ਨੂੰ ਇਸਤੇਮਾਲ ਕਰਦੇ ਹੋਇਆ ਇਹ ਸ਼ੁਰੂ ਕੀਤਾ ਹੋਇਆ। ਅਰਸ਼ਦ ਭਾਈ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਨਾਜ਼ਰੀਨ ਇਨਸ਼ਾਅੱਲਾ ਤਾਲਾ ਤੁਹਾਨੂੰ ਅਸੀਂ ਇਸ ਤਰ੍ਹਾਂ ਦੇ ਵਲੌਗਸ ਦਿਖਾਉਂਦੇ ਰਹਾਂਗੇ। ਆਪਣਾ ਖਿਆਲ ਰੱਖੋ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।